ਸਾਡੇ ਕੋਲ ਤਾਂ ਕੋਈ ਦੋਸਤ ਆ ਜਾਏ ਨਾ ਤਾਂ ਉਹਨਾਂ ਦਾ ਦਿਲ ਕਰਦਾ ਯਾਰ ਅਸੀਂ ਇੱਥੇ ਹੀ ਨਾ ਘਰ ਲੈ ਲਈਏ। ਬਾਹਰ ਨਿਕਲ ਕੇ ਰੋਡ ਤੇ ਵੇਖ ਲਓ ਭੱਜੀ ਫਿਰਦੀ ਦੁਨੀਆ, ਲੱਗੇ ਹੀ ਫਿਰਦੇ ਨੇ, ਭੱਜੇ ਹੀ ਫਿਰ ਪਤਾ ਨਹੀਂ ਕਿੱਧਰ ਜਾਂਦੇ ਨੇ ਲੋਕ। ਜਿਹੜੇ ਬੰਦੇ ਨੂੰ ਗੁੱਸਾ ਨਹੀਂ ਆਉਂਦਾ ਉਹ ਵੀ ਪੂਰਾ ਮਰਦ ਨਹੀਂ। आज़म साहब, आपने मतलब अपनी सारी ज़िंदगी जो है वो एक गाँव में गुजारी है। आपने क्या कभी शहरदारी और देहाती ज़िंदगी तो आपने सारी ज़िंदगी गुजारी है, क्या कभी आपने शहर का एक्सपीरियंस भी किया है? वहाँ रह के कुछ अरसा रहे हों या आना जाना हो, कभी उसकी आबो हवा का जो है वो एक्सपीरियंस किया हुआ है शहरदारी का? ਇਹਦੇ ਵਿੱਚ ਇਹ ਆ ਕਿ ਅਸੀਂ ਪ੍ਰੋਪਰ ਰਹੇ ਤਾਂ ਨਹੀਂ, हाँ जी। ਰਹਿਣ ਦੇ ਪਿੰਡ 'ਚ ਹੀ ਹਾਂ। ਸ਼ਹਿਰ ਜਦੋਂ ਇਸ ਤਰ੍ਹਾਂ ਆਈਦਾ ਕਿਸੇ ਕੰਮ ਵਿੱਚ ਜਾਂ ਕੋਈ ਲੈਣ ਦੇਣ ਦੇ ਸਿਲਸਿਲੇ ਵਿੱਚ, ਕਿਸੇ ਨਾ ਕਿਸੇ ਕੰਮ ਕੇ ਸਿਲਸਿਲੇ ਵਿੱਚ ਸ਼ਹਿਰ ਦੇ ਜਾਣੇ ਆ। ਤੇ ਲੇਕਿਨ ਸਾਨੂੰ ਇੱਥੇ ਆਣ ਕੇ ਵਕਤੀ ਤੌਰ ਤੇ ਤਾਂ ਬੜਾ ਲੱਗਦਾ ਹੈ ਕਿ ਅਸੀਂ ਹੁਣ ਸ਼ਹਿਰ ਚੱਲੇ ਹਾਂ। ਜਦੋਂ ਕੁਝ ਦੇਰ ਇੱਥੇ ਗੁਜ਼ਰਦੀ ਹੈ, ਸਾਰਾ ਦਿਨ ਗੁਜ਼ਰਦਾ ਹੈ ਜਾਂ 2 ਦਿਨ ਗੁਜ਼ਰਦੇ ਨੇ, ਤੇ ਫਿਰ ਸਾਡੇ ਉਧਰ ਪਿੰਡ ਨਾਲ ਹੀ ਹੁੰਦੀ ਹੈ। अच्छा, अटैचमेंट उधर ही होती है कि वापस चले जाए बस? ਦਵਾ ਦਵ ਹੁਣ ਵਾਪਸ ਚਲੇ ਜਾਈਏ। ਜਦੋਂ ਅਸੀਂ ਵਾਪਸ, ਮੈਂ ਖੁਦ ਤੁਹਾਨੂੰ ਦੱਸਦਾ ਕਿ ਜਦੋਂ ਮੈਂ ਇੱਥੇ ਲਾਹੌਰ ਆਵਾਂ ਜਾਂ ਕਿਸੇ ਸ਼ਹਿਰ ਜਾਵਾਂ ਤੇ ਉਹ ਵਾਪਸ ਜਾਣ ਤੇ ਕਿਹੜਾ ਦਿਮਾਗ ਚਕਰਾ ਜਾਂਦਾ ਹੈ। ਫਿਰ ਜਾਈਦਾ, ਜਾ ਕੇ ਆਪਦੀ ਮੋਟਰ ਤੇ ਬਹਿ ਕੇ ਇੱਕ ਦਫਾ ਖੁੱਲੀ ਫਜ਼ਾ 'ਚ ਬਹਿ ਕੇ ਰਿਲੈਕਸ ਹੋ ਕੇ ਫਿਰ ਘਰ ਜਾਈਦਾ। ਲੇਕਿਨ ਅਗਰ ਫੈਸਿਲਿਟੀਜ਼ ਨੂੰ ਵੇਖੀਏ, ਤਰੱਕੀ ਨੂੰ ਵੇਖੀਏ ਤੇ ਪਿੰਡ ਦੀ ਨਿਸਬਤ ਉਹ ਤਾਂ ਸ਼ਹਿਰ ਵਿੱਚ ਹੀ ਮੁਮਕਿਨ ਨੇ। ਇੱਥੇ ਫੈਸਿਲਿਟੀਜ਼ ਜ਼ਿਆਦਾ ਨੇ, ਸਹੂਲਤਾਂ ਜ਼ਿਆਦਾ ਨੇ, ਲੋਕ ਪਿੰਡ ਦੀ ਨਿਸਬਤ ਸ਼ਹਿਰ 'ਚ ਜ਼ਿਆਦਾ ਤਰੱਕੀ ਕਰਦੇ ਨੇ। ਇਹੀ ਵਜ੍ਹਾ ਹੈ ਕਿ ਬਹੁਤ ਜ਼ਿਆਦਾ ਤਬਕਾ ਸਾਡੇ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ ਵੱਲ ਰੁਝਾਨ ਕੀਤੀ ਜਾ ਰਹੀ। नहीं, तरक्की आप किसको कहते हैं? मतलब एक तो शहरी ज़िंदगी इतनी फास्ट लाइफ है, आपको पता ही नहीं चलता टाइम का, और मतलब आपको अपने लिए टाइम नहीं मिल रहा। गाँवों के अंदर सेल्फ टाइम, बहुत ज़्यादा टाइम मिलता है। ਬਿਲਕੁਲ ਠੀਕ ਹੈ। ਪਿੰਡ ਦੇ ਵਿੱਚ ਰਹਿਣ ਨਾਲ ਅਸੀਂ ਸਿਰਫ ਫਾਰਮਿੰਗ ਬਾਰੇ ਸੋਚਾਂਗੇ, ਐਗਰੀਕਲਚਰ ਬਾਰੇ ਸੋਚਾਂਗੇ, ਇਹੀ ਹੈ। ਸ਼ਹਿਰ ਵਿੱਚ ਰਹਿਣ ਵਾਸਤੇ ਬਹੁਤ ਜ਼ਿਆਦਾ ਆਪਸ਼ਨ ਨੇ। ਮੈਂ ਜਿਵੇਂ ਤੁਹਾਨੂੰ ਅੱਗੇ ਗੁਫ਼ਤਗੂ ਹੋ ਰਹੀ ਸੀ ਕਿ ਮੇਰਾ ਇੱਕ ਦੋਸਤ ਹੈ, ਉਹ ਖੇਤੀ ਕਰਦਾ ਸੀ ਅਤੇ ਸ਼ਹਿਰ ਆਣ ਕੇ ਉਹਨੇ ਬੱਚਿਆਂ ਵਾਸਤੇ ਘਰ ਲਿੱਤਾ ਜੀ। ਉਸ ਤੋਂ ਬਾਅਦ ਉਹਨੇ ਇੱਕ ਹੋਸਟਲ ਲਿੱਤਾ ਕਿਰਾਏ ਤੇ, ਸਾਰਾ ਜਾਂ ਠੇਕੇ ਤੇ ਲਿੱਤਾ ਜਾਂ ਕਿਰਾਏ ਤੇ। ਉਹਨੂੰ ਅੱਗੇ ਲਹਿਦਾ ਪੋਰਸ਼ਨਾਂ ਦੇ ਵਿੱਚ ਅੱਗੇ ਦਿੱਤਾ। ठीक है, हॉस्टल्स बना के, ਹੋਸਟਲ ਬਣਾ ਕੇ रेंट पे दिया। ਤੇ ਮੈਂ ਉਹਨੂੰ ਪੁੱਛਿਆ ਵੀ ਤੇਰਾ ਕੀ ਹਾਲ ਹੈ? ਉਹਨੇ ਕਿਹਾ ਐਵੇਂ ਭੁੱਲੇ ਹੀ ਰਹੇ ਆ, ਸਾਰੀ ਜ਼ਿੰਦਗੀ ਮਿੱਟੀ ਪੱਟੀ ਗਏ ਆ। अच्छा अच्छा। ਇਹ ਤਾਂ ਬਹੁਤ ਬੜਾ ਕੰਮ ਹੈ ਯਾਰ ਉੱਥੇ ਜਾ। ਇਸੇ ਤਰ੍ਹਾਂ ਬਹੁਤ ਸਾਰੇ ਇੱਥੇ ਆਪਸ਼ਨ ਹੁੰਦੇ ਨੇ ਤਰੱਕੀ ਕਰਨ ਵਾਸਤੇ, ਬਹੁਤ ਸਾਰੇ ਮੌਕੇ ਨੇ ਪਿੰਡ ਦੀ ਨਿਸਬਤ। हाँ जी। ਅਗਰ ਸਕੂਨ ਵਾਲੇ ਵੇਖਿਆ ਜਾਵੇ ਤਾਂ ਫਿਰ ਤਾਂ ਪਿੰਡ ਤੋਂ ਵੈਨਿਟ ਕੋਈ ਨਹੀਂ ਹੈਗਾ। अच्छा, देहाती ज़िंदगी के बारे में ये चीज़ तो सबके सामने है, सबके ज़ुबान पे है ये चीज़ कि अच्छी खुराक, अच्छी सेहत तो गाँव वालों की होती है, ठीक है। अब शहरी आबो हवा और देहाती आबो हवा के अंदर ज़हनी सुकून का कितना असर है? ये तो बहुत असर है। इधर है कि मेरे नहीं ख्याल कि इतनी तेज़ ज़िंदगी में ज़हनी सुकून मिल सकता है। बाहर निकल के रोड ते वेख लो भज्जी फिरदी दुनिया, लगे ही फिरदे ने, भज्जे ही फिर पता नहीं किधर जांदे ने लोग, सानू समझ नहीं आती। तो असी ज़्यादातर पैदल चलण नूं तरजीह दिंदे आ। जदों घरों निकली दा ते कोशिश करी दी चल बाइक रहने देइए, पैदल चलदे आ। इत्थे शहर च आने आ ते मेरा नहीं ख्याल कि कोई पैदल चलण नूं तरजीह दिंदा। हाँ जी, बस वही चलदा जिंदे को अपनी सवारी में। अपनी सवारी है नहीं हैगी, ਉਹਨੇ ਚੱਲਣਾ ਹੈ, वो भी बस वो भी आटो रिक्शा आ गया ਉੱਥੇ ਬੈਠਾ। हाँ जी। मतलब कि ਰਸ਼ ਲੋਕ ਭੱਜੇ ਫਿਰਦੇ ਨੇ ਬਸ, ਸਮਝ ਨਹੀਂ ਆ ਰਹੀ ਕੀ ਕਰਦੇ ਨੇ ਭੱਜ ਕੇ। अच्छा, ਸਕੂਨ ਇੱਥੇ ਮੈਨੂੰ ਨਹੀਂ ਸਮਝ ਲੱਗਦਾ ਇੱਥੇ ਸਕੂਨ ਹੈ। ਸਕੂन अगर देखना है तो फिर रोशन पी लेता हूँ। रोशन बिल लेना पड़ेगा। इंशाल्लाह हम ज़रूर आएंगे, हमारी पूरी टीम आएगी इंशाल्लाह। अच्छा, ज़हनी सुकून को अगर हम देखें तो गाँव की आबो हवा जो है वो क्या आपकी शख्सियत को बनाने में भी कोई किरदार अदा करती है? अगर आप मेरी बात समझ रहे हैं कि कोई पुरसकून आबो हवा एक इंसान की शख्सियत को बनाने में या बिगाड़ने में कोई किरदार अदा करती है? ਉਹਦੇ ਵਿੱਚ ਰੱਬ ਨਵਾਜ਼ ਇਹ ਆ ਕਿ ਜੈਸਾ ਦੇਸ਼ ਵੈਸਾ ਦੇਸ਼, ਮਾਹੌਲ ਦਾ ਅਸਰ ਤਾਂ ਬੰਦੇ ਦੀ ਲੀਹ ਤੇ ਪੈਂਦਾ, ਉਹ ਚਾਹੇ ਜਿਸ ਮਾਹੌਲ ਦੇ ਵਿੱਚ ਵੀ ਰਹਿੰਦਾ ਹੋਵੇ। ਪਿੰਡ ਦੀ ਜ਼ਿੰਦਗੀ ਦਾ ਤੇ ਸ਼ਹਿਰ ਦੀ ਜ਼ਿੰਦਗੀ ਦਾ ਬੰਦੇ ਦੀ ਜ਼ਿੰਦਗੀ ਤੇ ਅਸਰ ਇਹ ਆ ਕਿ ਪਿੰਡ ਦੇ ਵਿੱਚ ਤੁਹਾਨੂੰ ਅਕਸਰ ਜੀਦਾਰ ਲੋਕ ਮਿਲਣਗੇ, ठीक। ਮੁਹੱਬਤ ਕਰਨ ਵਾਲੇ ਮਿੱਠੇ ਲੋਕ ਮਿਲਣਗੇ। ਸ਼ਹਿਰ ਦੇ ਵਿੱਚ ਤੁਸੀਂ ਜਿਹਨੂੰ ਵੇਖਣਾ ਉਹ ਨਫ਼ਰਤ ਆਪਣੀ ਲੱਤੀ। ਮੈਂ ਸਮਝਣਾ ਸ਼ਹਿਰ ਦੇ ਵਿੱਚ ਤਾਂ ਲੋਕ
ਪਰਾਹੁਣੇ ਵੀ ਜਾਂਦੇ ਨੇ ਤੇ ਮਹਿਮਾਨ ਬਣ ਕੇ ਜਾਂਦੇ ਨੇ ਤੇ ਉਹ ਇੱਕ ਅੱਧਾ ਦਿਨ ਰਹਿੰਦੇ। हाँ जी। ਅਸੀਂ ਜੇ ਕਿਤੇ ਚਲੇ ਜਾਂਦੇ ਹਾਂ ਤਾਂ ਵੀ 8-8 ਦਿਨ ਲੱਗ ਜਾਂਦੇ ਨੇ, ਜੇ ਕੋਈ ਸਾਡੇ ਕੋਲ ਆ ਜਾਂਦਾ ਤਾਂ ਵੀ 8-8 ਦਿਨ ਲੱਗ ਜਾਂਦੇ। सही। आपके ख़्याल में आप कैसे इंसान को तरजीह देंगे या कैसे इंसान से असर लेते हैं कि जिसको आप एक अच्छा मर्द या एक अच्छा इंसान तश्कील कर सकें? कि मतलब उसमें ऐसी कौन-सी ख़ुसूसियात होनी चाहिए एक अच्छे इंसान में? ਅੱਛੇ ਮਰਦ ਦੀ ਸਭ ਤੋਂ ਵੱਡੀ ਨਿਸ਼ਾਨੀ ਤਾਂ ਇਹ ਹੈ ਕਿ ਉਹ ਬੰਦੇ ਦਾ ਪੁੱਤਰ ਹੋਣਾ ਚਾਹੀਦਾ। ਇਹ ਕਿਵੇਂ ਪਤਾ ਚੱਲਦਾ ਹੈ? ਪਤਾ ਇੱਥੋਂ ਹੀ ਚੱਲਦਾ ਹੈ ਕਿ ਜਦੋਂ ਇੱਕ ਮੁਆਸ਼ਰੇ ਦੇ ਵਿੱਚ, ਕਮਿਊਨਿਟੀ ਦੇ ਵਿੱਚ, ਲੋਕਾਂ ਦੇ ਵਿੱਚ, ਦੋਸਤਾਂ ਦੇ ਵਿੱਚ ਰਹਿ ਰਿਹਾ ਹੁੰਦਾ ਹੈ, ਉਹਦੇ ਕੌਲ ਫੇਲ ਤੋਂ, ਉਹਦੇ ਕਿਰਦਾਰ ਤੋਂ, ਉਹਦੇ ਵਰਤਾਅ ਤੋਂ, ਉਹਦੇ ਫੈਸਲੇ ਕਰਨ ਤੋਂ, ਫੈਸਲੇ ਸੁਣਨ ਤੋਂ, ਜ਼ਿੰਦਗੀ ਦੇ ਬਹੁਤ ਸਾਰੇ ਇਸ ਤਰ੍ਹਾਂ ਮਾਮਲਾਤ ਹੁੰਦੇ ਨੇ ਜਿਹਨੂੰ ਬੰਦਾ ਕੈਚ ਕਰਦਾ ਹੈ, ਸੁਣਦਾ ਹੈ, ਕੁਝ ਫੈਸਲੇ ਕਰਦਾ ਹੈ, ਕੋਈ ਕਈਆਂ ਦੇ ਸੁਣਦਾ ਹੈ। ਅੱਛਾ ਮਰਦ ਉਹ ਹੀ ਹੁੰਦਾ ਹੈ ਜਿਹੜਾ ਕਿਸੇ ਨੂੰ ਧੋਖਾ ਨਾ ਦੇਵੇ, ਇੱਜ਼ਤਾਂ ਦਾ ਸਾਂਝਾ ਹੋਵੇ ਤੇ ਇਨਸਾਨੀਅਤ ਵਾਸਤੇ ਆਸਾਨੀਆਂ ਪੈਦਾ ਕਰਨ ਵਾਲਾ ਹੋਵੇ। ਬਿਲਕੁਲ। ਘਰ ਦੇ ਵਿੱਚ ਜਾਵੇ ਤੇ ਘਰ ਦੇ ਨੂੰ ਸਕੂਨ ਫੀਲ ਕਰਨ, ਇਹ ਨਾ ਹੋਣ ਘਰ ਦੇ ਵਿੱਚ ਜਾਏ ਤੇ ਉਹ ਆਖਣ ਉਹ ਸਹਿਮ ਕੇ ਨੁਕਰਾਂ 'ਚ ਲੱਗਦੇ ਫਿਰਨ। हालाँकि हमारे माशरे के अंदर तो मर्द कहा ही उसको, सो कॉल्ड माशरे के अंदर मर्द कहा ही उसको जाता है कि जो बड़ी-बड़ी मूंछें हों, गाली के बगैर बात ना करे, वो जहाँ जाए वो लोगों की तौहीन करता हो या किसी जो भी उसके मातहत लोग हैं उसको दबा के रखे, उसको यहाँ पे सो कॉल्ड माशरे में मर्द कहा जाता है। आप इसको कैसे देखें? पता नहीं वो कौन लोग हैं जो उन्हें मर्द कहते हैं। वो तो जाहिलियत के सिवा कुछ नहीं है, वो तो जाहल है, बहुत बड़ा जाहल है। हम तो नहीं उसे बंदा कहते। गुस्सा आना चाहिए, मर्द को गुस्सा आता है। मैं कहता हूँ जेड़े बंदे नू गुस्सा नहीं आ रहा वो भी पूरा मर्द नहीं। ਤੇ ਗੁੱਸਾ ਮਰਦ ਨੂੰ ਆਉਣਾ ਚਾਹੀਦਾ, ਪਰ ਉੱਥੇ ਆਉਣਾ ਚਾਹੀਦਾ ਜਿੱਥੇ ਇੱਜ਼ਤਾਂ ਦੀ ਗੱਲ ਹੋਵੇ, ਗੈਰਤਾਂ ਦੀ ਗੱਲ ਹੋਵੇ ਤੇ ਹੱਕ ਦੀ ਗੱਲ ਹੋਵੇ, ਇਨਸਾਫ ਦੀ ਗੱਲ ਹੋਵੇ, ਉੱਥੇ ਗੁੱਸਾ ਮਰਦ ਨੂੰ ਆਉਣਾ ਚਾਹੀਦਾ। ਜੇ ਉੱਥੇ ਵੀ ਗੁੱਸਾ ਨਾ ਆਵੇ ਫਿਰ ਉਹ ਵੀ मर्द नहीं। हाँ जी। अच्छा आज़म साहब, मैंने आपसे, आप माशाल्लाह एक रोशन बेला गाँव के एक किसान हैं। मैंने कुछ अर्सा पहले आपकी कुछ वीडियोस देखी थी जिसके अंदर आप एक अपने गाँव के अंदर डिफरेंट एजुकेशनल इंस्टीट्यूट्स जो हैं, जैसे कॉलेज है आपके गाँव का, आपके गाँव के स्कूल्स हैं, आप उनकी इंतज़ामिया के अंदर भी इतने इन्वॉल्व हैं कि आप मतलब लोगों के इंटरव्यूज़ के अंदर आप इन्वॉल्व हैं। गाँव का कोई मसला होता है, यू आर द पार्ट ऑफ दैट, आप उसका हिस्सा होते हैं। तो ये अपना ज़रा किसान से निकल के ये वाला रुख भी हमें बताएँगे? ये जो बात आपने पूछी है ना, यकीन मारे मेरे पास अल्फाज नहीं है इसको बयान करने की। हमारे गांव में एक ऐसा मर्द कलंदर पैदा हुआ जिसके बारे में किसी शायर ने यह लिखा है कि हजारों साल नरगिस अपनी बेनूरी पे रोती है, बड़ी मुश्किल से होता है चमन में दीदावर पैदा। जी। ये वही दीदावर था जनाब जावेद महमूद खान साहब, हमारे साबका चीफ सेक्रेटरी ऑफ पंजाब, जो बिल्कुल ज़ीरो से उठे, मेहनत की और तरक्की की बुलंदियों पे गए। और ये नहीं है कि वो तरक्की ते जाके वो बदल गए, उन्होंने आपदा मिलना गिलना रहना सहना साडे वर्गे लोगों विच ही रखिया। माशाल्लाह। उन्होंने साडे पिंड नूं इस तरीके नाल तराशिया है कि जिथे जिथे छप्पड़ सी, पिंडां दे पानी जांदे सन, उत्थे उत्थे पार्कां बना दित्तियां। साडे पिंड दे विच बहुत ज़बरदस्त पार्कां ने। लड़कियां वास्ते हायर सेकेंडरी स्कूल है, सही। और लड़कियां वास्ते भी है। ज़बरदस्त। ये आपके गाँव के अंदर? गांव के अंदर है। फिर जो पढ़ियां लिखियां लड़कियां होंदियां ने उन्हां वास्ते वोकेशनल इंस्टीट्यूट कॉलेज है, टेक्निकल इंस्टीट्यूट कॉलेज है, जिथे वो पढ़ लिख के कोई हुनर सीख सकन। बिल्कुल। फिर मुंडियां दे खेडन वास्ते, बच्चियां दे खेडन वास्ते मुख्तलिफ ग्राउंड ने। क्रिकेट दा ग्राउंड लैदा है, सही। हाकी दा लैदा है, बास्केटबॉल दा लैदा है, फुटबॉल दा लैदा है, कबड्डी दा मैदान लैदा है, ज़बरदस्त। रेलवे स्टेशन लैदा है, मतलब कि हर चीज़। फिर उस तो सब तो वड्डी गल है कि सानू 100 बैड दा हॉस्पिटल दिता गया, वो भी साडे वास्ते वो बना के दे के। गाँव के अंदर? गाँव के अंदर। सानू अद्धी रात वाले सिर दी दर्द हुंदी है ते असीं हॉस्पिटल जाने आ। एडा अच्छा उत्थे अमला है, इन्ने अच्छे लोग ने, सानू जाके इवें लगदा है कि असीं हॉस्पिटल गए आ कि आपदे घर ही बैठे आ। फिर खुल्लियां सड़कां, खुल्लियां सड़कां होने दे वास्ते साडे पिंड च कारोबार बहुत ज़्यादा है। मैं
खुद एक छोटा सा शॉपकीपर हूँ, हम्म। छोटी जी मेरी दुकान है। हम्म। माशाल्लाह जितने लोग भी हैं उधर दुकानें हैं या कोई भी काम करते हैं, हम्म। वो सड़कों की वजह से बहुत ज़्यादा काम है। वो टूरिस्ट जो आते हैं देखने के लिए गांव में, वो उनके हिसाब से वो हमारे गांव में भी बहुत सा काम कारोबार है। हम्म। फिर ये है कि ये जो हमारी मक्की की फसल लगती है ना, ਜਦੋਂ ਅਸੀਂ ਮਕਈ ਦੀ ਫਸਲ ਨੂੰ ਕਾਸ਼ਤ ਕਰਦੇ ਹਾਂ ਉਹਦਾ ਟਾਈਮ ਆਉਂਦਾ ਹੈ, ਪੱਕਦੀ ਏ, ਵੱਡੇ ਰੋਡ ਵੱਡੀਆਂ ਸੜਕਾਂ ਹੋਣ ਦੀ ਵਜ੍ਹਾ ਤੋਂ ਸਾਡੇ ਇਲਾਕੇ ਦੇ ਵਿੱਚ ਸੈਲੇਜ ਵਾਲੀਆਂ ਕੰਪਨੀਆਂ ਬਹੁਤ ਜ਼ਿਆਦਾ ਆਉਂਦੀਆਂ ਨੇ, ਆਪਦੇ ਪੈਸੇ ਇਨਵੈਸਟ ਕਰਦੀਆਂ ਨੇ, ਸਾਡੀ ਅੱਧੀ ਮੱਕੀ ਉਹ ਸੈਲੇਜ 'ਚ ਕੁਤਰ ਕੇ ਰੱਖ ਲੈਂਦੇ ਨੇ। ਵਾਹ। ਜਿਹੜੀ ਦੂਸਰੀ ਹੁੰਦੀ ਹੈ ਉਹ ਅਸੀਂ ਦਾਣਾ ਬਣਾ ਕੇ ਅੱਗੇ ਸੇਲ ਕਰਨੇ ਆ। ਲੇਕਿਨ ਇਹ ਆ ਕਿ ਉਹ ਸਾਡਾ ਪਿੰਡ ਇੱਕ ਖੁਸ਼ਹਾਲ, खूबसूरत और एक आइडियल पिंड है। तो क्या गांव के सारे लोग इस तरह पॉजिटिव माइंड वाले, पॉजिटिव बिहेवियर वाले और इस तरह के लोग हैं कि वो लीडर भी उधर ही पैदा हुआ, आप भी उधर ही पैदा हुए, बाकी लोग भी उधर ही पैदा हुए हैं, तो उधर की आबो हवा तो खूबसूरत लग रही है। खूबसूरत है, गांव में बहुत खूबसूरत लोग हैं, हाँ जी। बहुत मिठे लोग हैं, कोई लड़ाई झगड़ा नहीं है, मिलनसार पिंड है, बहुत अच्छे लोग ने। ਸਾਡੇ ਕੋਲ ਤਾਂ ਕੋਈ ਦੋਸਤ ਆ ਜਾਏ ਨਾ ਤਾਂ ਉਹਦਾ ਦਿਲ ਕਰਦਾ ਯਾਰ ਅਸੀਂ ਇੱਥੇ ਹੀ ਨਾ ਘਰ ਲੈ ਲਈਏ। ਔਰ ਇਹ ਹਾਂ ਇੱਥੇ ਆ ਕਿ ਇੱਕ ਨਵਾਂ ਪਿੰਡ ਹੀ ਬੱਝ ਗਿਆ ਨਾਲ, ਏਡੀ ਵੱਡੀ ਨਾਲ, ਮਤਲਬ ਕਿ ਮੁਹੱਲਾ ਬਣ ਗਿਆ ਹੈ ਕਿ ਜਿਹੜੇ ਪਾਸੇ ਤੋਂ ਸਾਡੇ ਭਰਾ ਉੱਠ ਕੇ ਆਣ ਕੇ ਸਾਡੇ ਪਿੰਡ 'ਚ ਵਸਨੀਕ ਹੋਏ ਨੇ, ਬੜੇ ਅੱਛੇ ਤਰੀਕੇ ਨਾਲ ਆਪਣੀ ਜ਼ਿੰਦਗੀ ਨੂੰ ਅੱਗੇ ਗੁਜ਼ਾਰ ਰਹੇ ਨੇ। ज़बरदस्त। ਛੋਟਾ ਜਿਹਾ ਪਿੰਡ ਸੀ, ਹੁਣ ਬਹੁਤ ਬੜਾ ਪਿੰਡ ਬਣ ਗਿਆ। ਵੀ ਕਹਿੰਦੇ ਆ ਕਿ ਇਹ ਮਿਹਨਤ ਇੱਕ ਬੰਦੇ ਦੀ ਮਿਹਨਤ है। एक बंदे दी मेहनत, और ये चीज़ शो करती है कि आप इक़्तिदार में होते हुए अगर कुछ करना चाहो तो आप कर लेते बिल्कुल कर लेते हैं, कर सकते हैं। उन्होंने मिसाल कायम करके दिखाई है, उन्होंने मिसाल करके दिखाई है कि वो पिंड से निकले हैं, इधर से पढ़े हैं, वो ना भी गांव में आते तो क्या था, हाँ जी। नहीं आ सकते थे, वो अपना इक़्तिदार करते, लाहौर में अपने बंगले बनाते सारा कुछ कर सकते थे, लेकिन उन्होंने नहीं बनाया। ज़बरदस्त। वो उन्होंने घर भी आपदा उत्थे ही रखा है। ਅੱਲਾਹ ਪਾਕ ਉਹਨਾਂ ਨੂੰ ਜਵਾਰੇ ਰਹਿਮਤ ਜਗ੍ਹਾ ਦੇਵੇ। ਉਹਨਾਂ ਦੀ ਡੈਥ ਹੋ ਗਈ ਹੈ ਤੇ ਉਹਨਾਂ ਨੇ ਆਪਦੀ ਕਬਰ ਵੀ ਉੱਥੇ ਹੀ ਬਣਾਈ ਹੈ। ਕਈ ਦਫਾ ਐਵੇਂ ਹੁੰਦਾ ਸੀ ਸਾਡੀ ਮੁਲਾਕਾਤ ਹੋਣੀ, ਇੱਕ ਦੋ ਤਾਂ ਐਵੇਂ ਹੋਇਆ ਕਿ ਅਸੀਂ ਉੱਥੇ ਬੈਠੇ ਤੇ ਦੁਪਹਿਰ ਟਾਈਮ ਖਾਣੇ ਦਾ ਟਾਈਮ ਹੋਇਆ ਤੇ ਉਹਨੇ ਉੱਥੋਂ ਮੁੰਡੇ ਨੂੰ ਭੇਜਿਆ, ਜਾ ਉੱਥੋਂ ਇੱਕ ਨਾਨ, ਉਹ ਇੱਕ ਦੋ ਨਾਨ ਜਾਂ ਨੇ ਲਿਆ ਤੇ ਉਹ ਨਾਲ ਦਿਆਂ ਨੂੰ ਵੀ ਨਾਲ ਜਿਹੜੇ ਬੈਠੇ ਸੀ, ਚਲੋ ਜਾ ਤੁਸੀਂ ਦੋ ਲੁਕਮੇ ਲਾ ਲਓ, ਲਗਾ ਕੇ ਖਾਧਾ ਖਾਣਾ। ਇਸ ਤਰ੍ਹਾਂ ਦੀ ਜ਼ਿੰਦਗੀ। इनके ये सारे काम करने से पहले, गांव के अंदर ये तरक्याती काम करने से पहले गांव की क्या सिचुएशन थी, तब कैसी ज़िंदगियां थी, तब गांव का माहौल कैसा था? ਐਸੇ ਹੀ ਹੈ, ਤੁਸੀਂ ਦੇਖ ਲਓ ਨਾਲ ਦੇ ਸਾਡੇ ਜਿਹੜੇ ਪਿੰਡ ਨੇ, ਬਲਕਿ ਸਾਡੇ ਉਹਨਾਂ ਨੇ ਇਕੱਲੇ ਪਿੰਡਾਂ ਦੇ ਵਿੱਚ ਇਹ ਫੈਸਿਲਿਟੀਜ਼ ਨਹੀਂ ਦਿੱਤੀਆਂ, ਨਾਲ ਦੇ ਪਿੰਡਾਂ ਦੇ ਵਿੱਚ ਵੀ ਪਾਰਕਾਂ ਬਣਾਈਆਂ, ਇੱਕ ਪਾਰਕ ਬਣਾਈ ਜਾਂ ਕੋਈ ਗਰਾਊਂਡ ਬਣਵਾ ਦਿੱਤਾ ਤਾਂ ਕਿ ਆ ਵੀ ਇਸ ਪਿੰਡ ਦੀ ਰੋਸ਼ਨੀ ਨਾਲ ਦੇ ਪਿੰਡਾਂ ਦੇ ਵਿੱਚ ਵੀ ਪਹੁੰਚੇ, ਔਰ ਪਹੁੰਚ ਰਹੀ ਹੈ। ਲੇਕਿਨ ਪਹਿਲੇ ਐਵੇਂ ਹੀ ਸੀ ਕਿ ਜਦੋਂ ਇਹ ਸਾਰਾ ਕੁਝ ਨਹੀਂ ਸੀ ਬਣਿਆ, ਉਦੋਂ ਹੁਣ ਸਾਨੂੰ ਲੱਗਦਾ ਹੈ ਕਿ ਅਸੀਂ ਪਿੰਡ ਵਿੱਚ ਨਹੀਂ, ਅਸੀਂ ਇੱਕ ਸ਼ਹਿਰ ਵਿੱਚ ਹੀ ਰਹਿੰਦੇ ਹਾਂ। ਬਿਲਕੁਲ। ਪਿੰਡ ਦੀ ਤੇ ਸ਼ਹਿਰ ਦੀ ਜ਼ਿੰਦਗੀ ਦਾ ਡਿਫਰੈਂਟ ਤਾਂ ਹੁੰਦਾ ਹੈ ਨਾ, ਫੈਸਿਲਿਟੀਜ਼ ਦਾ ਹੀ ਫਰਕ, ਫੈਸਿਲਿਟੀਜ਼ ਦਾ ਹੁੰਦਾ ਹੈ ਤੇ ਸ਼ਹਿਰ ਦੀ ਜ਼ਿੰਦਗੀ ਦੇ ਫਾਇਦੇ ਵੀ ਬਹੁਤ ਨੇ। ਹਾਂਜੀ। ਪਿੰਡ ਦੀ ਜ਼ਿੰਦਗੀ ਦੇ ਫਾਇਦੇ ਵੀ ਬਹੁਤ ਨੇ, ਲੇਕਿਨ ਇਹ ਆ ਕਿ ਜਦੋਂ ਇਹ ਸਾਰਾ ਕੁਝ ਨਹੀਂ ਸੀ, ਉਦੋਂ ਇੰਨੀਆਂ ਸਹੂਲਤਾਂ ਨਹੀਂ ਸੀ, ਲੇਕਿਨ ਲੋਕ ਐਸੇ ਸਨ, ਲੋਕ ਐਸੇ ਸਨ, ਮੁਹੱਬਤਾਂ ਭਰੇ ਲੋਕ ਸਨ। अच्छा आज़म साहब, एक बात बताइए कि अभी आपने बताया, मुझे आपसे ही पता चला कि वो इंतकाल कर गए और उनकी कब्र जो है वो भी आपके गांव में है जी। उनके जाने के बाद अक्सर ऐसे होता है ना, इक़्तिदार वाला इंसान जिसने खुद मेहनत से चीज़ बनाई है वो उसको बड़ा संभाल के रखता है और उसको पता होता है मैंने किस मकसद के लिए बनाई है, और वो उस पर जान लड़ाता है और उस सिस्टम पूरा मेंटेन करके रखता है। उनके बाद निज़ाम के अंदर लोगों में ख़राबियाँ या उस निज़ाम को जिनको वो बना गए, खड़ा कर गए, वो आपको लगता है कि वो उसी तरह सस्टेन रहेगा, उसी तरह बरकरार रहेगा? आ रहा अभी तक तो नहीं आया कोई? अभी ਤਾਂ ਹਾਲੇ ਤੱਕ ਕੋਈ ਮਸਲਾ ਨਹੀਂ ਆਇਆ। ਉਹਦੇ 'ਚ ਇਹ ਆ ਕਿ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਦੱਸੀਆਂ ਨਾ ਸਾਡੇ ਪਿੰਡ ਦੇ ਵਿੱਚ ਉਹਨਾਂ ਨੇ ਕੀ ਬਣਾਇਆ, ਇੱਕ ਚੀਜ਼ ਮੈਨੂੰ ਭੁੱਲ ਗਈ ਸੀ, ਉਹਨਾਂ ਨੇ ਇੱਕ ਪਬਲਿਕ ਲਾਇਬ੍ਰੇਰੀ ਬਣਾਈ। ਪਬਲਿਕ ਲਾਇਬ੍ਰੇਰੀ ਜਦੋਂ ਬਣ ਰਹੀ ਸੀ ਨਾ, ਉਦੋਂ ਕੁਝ ਸਿਆਸੀ ਮਾਮਲਾਤ ਦੀ ਵਜ੍ਹਾ ਤੋਂ ਰੁਕ ਗਈ। ਉਹਨਾਂ ਨੇ ਕੋਸ਼ਿਸ਼ ਕੀਤੀ, ਲੇਕਿਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹ ਨਾ ਚੱਲ ਸਕੀ। ਸਹੀ। ਉਹ ਫੌਤ ਹੋ ਗਏ ਨੇ, ਅੱਲਾਹ ਪਾਕ ਉਹਨਾਂ ਨੂੰ ਹਜ਼ਾਰ ਜੰਨਤ ਨਸੀਬ ਕਰੇ। ਆਮੀਨ। ਅੱਜ ਵੀ ਉਹ ਲਾਇਬ੍ਰੇਰੀ ਜਿਹੜੀ ਹੈ, ਉਹਨਾਂ ਦੇ ਇਸ ਦੁਨੀਆ ਤੋਂ ਇੰਤਕਾਲ ਕਰਕੇ ਜਾਣ ਤੋਂ ਬਾਅਦ ਉਸ ਲਾਇਬ੍ਰੇਰੀ ਦੇ ਵਿੱਚ ਸਾਰੇ ਕੰਮ ਹੋਏ ਨੇ ਤੇ ਉਹਦੇ 'ਚ ਭਰਤੀਆਂ ਹੋਈਆਂ ਨੇ, ਥੋੜ੍ਹੀ ਦੇਰ ਬਾਅਦ ਉਹ ਓਪਨ ਵੀ ਹੋ ਜਾਏਗੀ। ਹਾਂਜੀ। ਤੇ ਮਾਮਲਾਤ ਜਿਹੜੇ ਨੇ, ਉਹ ਪਿੰਡ ਦੇ ਲੋਕ ਬਹੁਤ ਸਮਝਦਾਰ ਨੇ, ਉਹਨਾਂ ਨੂੰ ਸਾਰਾ ਕੁਝ
घर बैठा मिले है वो सारियां चीज़ां दी बड़ी अच्छे तरीके नाल केयर करते हैं। कोई इंतज़ामिया बनी हुई है, गाँव के अपने लोगों ने बनाई है, इंतज़ामिया पॉलिटिक्स इन्वॉल्व है इसमें? इंतज़ामिया बनी नहीं है, हुँ, लेकिन हर बंदा खुद को इंतज़ामिया ही समझता है, सही। ठीक है? अगर पार्क में कोई बंदा पार्क में जाता है, हुँ, तो बच्चे जो होते हैं वो किसी पौधे को अगर ख़राब कर रहे होते हैं या लड़ रहे होते हैं, तो दूसरा देखने वाला बड़ा आदमी उसे रोकता ज़रूर है, ना कर यार कोई पौधा टुट जाएगा। सही। गंद ਪਿਆ ਤੇ ਉਹ ਖੁਦ ਚੁੱਕ ਲੈਂਦੇ ਨੇ ਕਿ ਚੱਲ ਯਾਰ ਇੱਥੇ ਸਫਾਈ ਸਾਡੇ ਪਾਸਿਓਂ ਦੋਸਤ ਮਹਿਮਾਨ ਆਉਂਦੇ ਨੇ ਉਹਨਾਂ ਨੇ ਆਣ ਕੇ ਇੱਥੇ ਬੈਠਣਾ ਹੈ ਕਰਨਾ ਹੈ ਅਸੀਂ ਖੁਦ ਚੁੱਕ ਲਈਦਾ ਕਈ ਦਫਾ ਖੁਦ ਚੁੱਕ ਲਿਆ। ज़बरदस्त। ਇਸੇ ਤਰ੍ਹਾਂ ਜਦੋਂ ਸਾਨੂੰ ਬਣਾ ਕੇ ਦਿੱਤਾ ਸਟੇਡੀਅਮ ਬਣਾ ਕੇ ਦਿੱਤੇ ਤੇ ਸਟੇਡੀਅਮ ਦੇ ਵਿੱਚ ਪੌਦੇ ਲੱਗੇ ਤੇ ਸਾਡੇ ਇੱਕ ਬੰਦੇ ਨੂੰ 5-5 ਪੌਦੇ ਉਹਨਾਂ ਨੇ ਕਿਹਾ ਕਿ ਤੁਸੀਂ ਇਹਨਾਂ ਦੀ ਪਰਵਰਿਸ਼ ਕਰਨੀ। ਅਸੀਂ ਆਪਦੇ ਘਰ ਦੀ ਤਰ੍ਹਾਂ ਉਹਨਾਂ ਦੀ ਪਰਵਰਿਸ਼ ਕੀਤੀ। ਜਿਹੜੇ ਪੌਦੇ ਅਸੀਂ ਗਮਲਿਆਂ ਚੋਂ ਕੱਢ ਕੇ ਲਾਏ ਸੀ ਅੱਜ ਉਹ ਦਰਖਤ ਬਣੇ ਪਏ ਨੇ ਮਾਸ਼ਾਅੱਲਾ। माशाल्लाह। फिर तरक्की एक निज़ाम का होना बहुत ज़रूरी है और उस दिमाग का होना बहुत ज़रूरी है जो वो निज़ाम चलाता है। बंदा करना चाहे कुछ भी कर सकता है। हाँ जी। ऐसे ही नहीं, जितने भी पॉलिटिक्स हैं, सियासतदान हैं, बिल्कुल, जैसे जावेद महमूद साहब ने हमारे गाँव को तराश के हीरा बनाया है, इस तरह ये सारे मिलके हमारे मुल्क को हीरा बना सकते हैं। बिल्कुल ऐसे ही। हमारे मुल्क में साडे मुल्क दे विच किसी चीज़ की कमी नहीं थी। बिल्कुल। आप अपने आप को और अपना फ्यूचर आप अपना फ्यूचर और अपने बच्चों का फ्यूचर जो है, क्या रोशन बेला में ही देखते हैं? अभी तो हम उधर ही देखते हैं। अच्छा। हाँ अगर साडे पिंड दा हिसाब लाया जाए तो हम उधर ही देखते हैं। हुँ, अगर किसी होर पिंड दा हिसाब लाया जाए जिथे इन्नियां सहूलतां नहीं होंदियां ते ज़ाहिर गल है उन्हां नूं तां फिर शहर दा रुख करना पवेगा। हुँ, लेकिन सानू सारा कुछ उत्थे मिल गया है, हाँ जी। सानू किते होर जाण दी ज़रूरत ही नहीं थी। अच्छा। जी आज़म साहब, तो आप एक इतनी वर्सटाइल मतलब मुख्तलिफ़ ख़ुसूसियात रखने वाले माशाल्लाह इंसान हैं एंड आई पर्सनली नो यू, मुझे आपका बहुत अच्छे से अंदाज़ा है। तो उस हवाले से मुझे आपसे ज़ाती तौर पे ये पूछना था कि आपने कभी कोई काम ज़िंदगी में ऐसा छोड़ा जिसके पीछे ये डर हो कि मतलब सोसाइटी क्या कहेगी, लोग क्या कहेंगे, मैं वो काम नहीं करता, या इंसान को एक जिस तरह की आप पर्सनैलिटी हैं, मुझे नहीं लगता कि आपने कोई भी काम ऐसा छोड़ा होगा। सो व्हाट आप ਇਹਦੇ ਵਿੱਚ ਇਹ ਆ ਕਿ ਹਰ ਬੰਦੇ ਦਾ ਕੋਈ ਨਾ ਕੋਈ ਆਈਡੀਅਲ ਹੁੰਦਾ ਹੈ। जी, ਹਰ ਬੰਦਾ ਸੋਚਦਾ ਹੈ ਕਿ ਮੈਂ ਫਲਾਂ ਬਣ ਜਾਵਾਂ। ਆਈਡੀਅਲ ਹੁੰਦਾ ਹੈ ਨਾ ਕਿਸੇ ਦਾ ਕੋਈ ਨਾ ਕੋਈ ਹੁੰਦਾ ਹੈ। ਅਸੀਂ ਜਦੋਂ ਜਾਵੇਦ ਮਹਿਮੂਦ ਸਾਹਿਬ ਕੋਲ ਬਹਿੰਦੇ ਸਾਂ, ਉਹਨਾਂ ਕੋਲ ਜਾ ਕੇ ਕੋਈ ਗੱਲਬਾਤ ਕਰਦੇ ਸਾਂ, ਉਹ ਦੱਸਦੇ ਸੀ ਕਿ ਮੈਂ ਜ਼ਿੰਦਗੀ 'ਚ ਕੋਈ ਕੰਮ ਸੋਚ ਕੇ ਕੀਤਾ ਹੀ ਨਹੀਂ। सही। ਜਦੋਂ ਵੀ ਮੈਂ ਉਹਨੇ ਕਿਹਾ ਮੈਂ ਜ਼ਿੰਦਗੀ 'ਚ 1-2 ਕੰਮ ਕੀਤੇ ਨੇ ਪਲਾਨਿੰਗ ਕਰਕੇ, ਸੋਚ ਕੇ, ਮੈਨੂੰ ਉਹਨਾਂ 'ਚ ਨੁਕਸਾਨ ਹੀ ਹੋਇਆ। ਮੈਂ ਉਸ ਤੋਂ ਬਾਅਦ ਜਦੋਂ ਵੀ ਕੋਈ ਕੰਮ ਕੀਤਾ ਹੈ, ਮੈਂ ਇੱਕ ਜ਼ੇਨ ਬਣਾਇਆ ਹੈ, ਕਰ ਦਿੱਤਾ ਹੈ। ਲੋਕ ਸੋਚ ਰਹੇ ਹੁੰਦੇ ਨੇ ਮੈਂ ਕਰਕੇ ਗੁਜ਼ਰ ਚੁੱਕਿਆ ਹੁੰਦਾ। ज़बरदस्त। ਲੋਕ ਕੀ ਆਖਣ ਦੇ, ਲੋਕ ਕੀ ਸੋਚਣ ਦੇ, ਇਹਨਾਂ ਦੀ ਪਰਵਾਹ ਬਿਲਕੁਲ ਨਹੀਂ ਕਰਨੀ ਚਾਹੀਦੀ। ਔਰ ਸਾਡੇ ਉਹ ਆਈਡੀਅਲ ਨੇ, ਅਸੀਂ ਵੀ ਕੋਸ਼ਿਸ਼ ਇਹੀ ਕਰਨੇ ਆ ਕਿ ਜੋ ਸਾਡੇ ਦਿਲ 'ਚ ਆਵੇ ਅਸੀਂ ਉਹ ਕਰਕੇ ਲੰਘ ਜਾਈਏ। ਲੋਕ ਕੁਛ ਕਹਿਣਗੇ ਕਿ ਨਹੀਂ ਕਹਿਣਗੇ ਕਿ ਕੀ ਕਹਿਣਗੇ, ਕਹਿੰਦੇ ਰਹਿਣ ਜੋ ਕਹਿੰਦੇ ਨੇ। ज़बरदस्त। सो नाज़रीन, ये थे हमारे साथ हमारे प्यारे, बहुत ही प्यारे किसान। अपने इस पॉडकास्ट के अंदर उन मेहमानों को लेके आते हैं जो पैट्रियोटिक लोग हैं, जो पाकिस्तान में रहते हुए, इतने मुश्किल टाइम में रहते हुए अपना काम करने के साथ अपनी ज़ात को देखने के अलावा मुल्क के लिए, दूसरे लोगों के लिए अच्छा सोचते हैं, अच्छा करते हैं और अच्छा करने की कोशिश करते हैं। सो स्टे ट्यून विद अस। इंशाल्लाह नए मेहमानों के साथ, नई वीडियोज़ के साथ आपके सामने हाज़िर होते रहेंगे। तब तक के लिए इजाज़त दीजिएगा। खुदा हाफ़िज़।